ਜਿਹੜਾ ਸੀਗਾ मैं पढ़ के सुना देना ਉਹਦੇ ਵਿੱਚ ਸਾਰਾ ਬਰੀਫ ਆ ਜਾਏਗਾ। ਉਸ ਤੋਂ ਬਾਅਦ ਤੁਸੀਂ ਜਿਹੜੇ ਕੁਐਸਚਨ ਕਰ ਲਿਆ ਜੇ मैं ਉੱਠਣ ਲੱਗਿਆ ਤਾਂ ਜਿਹੜੀਆਂ ਦੋ ਚੀਜ਼ਾਂ ਮੇਨ ਕਰੂੰਗਾ। ਇਸ ਪ੍ਰੈਸ ਕਾਨਫਰੰਸ ਰਾਹੀਂ ਆਪ ਸਭ ਮੀਡੀਆ ਅਤੇ ਪੰਜਾਬ ਵਾਸੀਆਂ ਨੂੰ ਸਬੂਤਾਂ ਸਮੇਤ ਇਹ ਜਾਣਕਾਰੀ ਮੁਹੱਈਆ ਕੀਤੀ ਜਾਂਦੀ ਹੈ ਕਿ ਕਿਵੇਂ ਬਿਕਰਮ ਸਿੰਘ ਮਜੀਠੀਆ ਨੂੰ ਸਰੈਂਡਰ ਕਰਨ ਵਾਲੇ ਦਿਨ ਤੋਂ ਜ਼ਮਾਨਤ ਮਿਲਣ ਤੱਕ ਡੀਜੀਪੀ ਦਫ਼ਤਰ ਅਤੇ ਸਰਕਾਰ ਨੇ ਇਸ ਜ਼ਮਾਨਤ ਦੀ ਸਫਲਤਾ ਲਈ ਪੱਬਾਂ ਪਾਰ ਹੋ ਕੇ ਮਦਦ ਕੀਤੀ ਹੈ ਤੇ ਕਿਵੇਂ ਹਾਈ ਕੋਰਟ ਨੇ ਕੇਸ ਫਾਈਲ ਵਿੱਚ ਮੌਜੂਦ ਸਾਰੇ ਸਬੂਤਾਂ ਨੂੰ ਅੱਖੋਂ ਪਰੋਖੇ ਕਰਕੇ ਸਿਰਫ ਇਹ ਜ਼ਮਾਨਤ ਹੀ ਪ੍ਰਵਾਨ ਨਹੀਂ ਕੀਤੀ, ਸਗੋਂ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਅਜਿਹੀਆਂ ਟਿੱਪਣੀਆਂ ਵੀ ਕੀਤੀਆਂ ਜਿਸ ਨਾਲ ਕਿ ਇਹ ਕੇਸ ਹੇਠਲੀ ਅਦਾਲਤ ਵਿੱਚ ਵੀ ਕਮਜ਼ੋਰ ਹੋ ਜਾਵੇ ਅਤੇ ਅਜਿਹਾ ਪਹਿਲੀ ਵਾਰੀ ਨਹੀਂ ਕੀਤਾ ਗਿਆ, ਸਗੋਂ ਇਹ ਇੱਕ ਆਮ ਵਰਤਾਰਾ ਹੈ ਜੋ ਕਿ ਬੇਅਦਬੀਆਂ ਵਾਲੇ ਕੇਸ ਸਮੇਤ ਸੈਣੀ ਵਾਲੇ ਕੇਸ ਅਤੇ ਹਾਈ ਕੋਰਟ ਦੀ ਜੱਜ ਸਬੀਨਾ ਦੀ ਧੀ ਕਲਿਆਣੀ ਵਾਲੇ ਕੇਸ ਤੋਂ ਇਲਾਵਾ ਹੋਰ ਵੀ ਬਹੁਤ ਕੇਸਾਂ ਵਿੱਚ ਕੀਤਾ ਗਿਆ ਹੈ, ਜੋ ਕਿ ਬਹੁਤ ਨਿੰਦਾਯੋਗ ਹੈ ਕਿਉਂਕਿ ਹਾਈ ਕੋਰਟ ਵਿੱਚ ਬੈਠੇ ਇਹਨਾਂ ਅਖੌਤੀ ਮਾਈਲਾਰਡਾਂ ਦੀ ਕੋਈ ਜਵਾਬਦੇਹੀ ਹੈ ਹੀ ਨਹੀਂ, ਕਿਉਂਕਿ ਆਪਣੇ ਵਿਵੇਕ ਨਾਲ ਫੈਸਲੇ ਕਰਨ ਦਾ ਜਨਮ ਸਿੱਧ ਅਧਿਕਾਰ ਇਹਨਾਂ ਕੋਲ ਮੌਜੂਦ ਹੈ, ਪਰ ਵਿਵੇਕ ਨਾਮ ਦੀ ਕੋਈ ਚੀਜ਼ ਇਹਨਾਂ ਦੇ ਅੰਤਰਾਤਮਾ ਦੇ ਨੇੜੇ ਤੇੜੇ ਵੀ ਨਹੀਂ ਟੁਕਦੀ। ਅਸੀਂ ਅੱਜ ਆਪ ਦੇ ਧਿਆਨ ਵਿੱਚ ਡੀਜੀਪੀ ਹਰਪ੍ਰੀਤ ਸਿੰਘ ਸੰਧੂ ਵੱਲੋਂ ਮਿਤੀ 8/3/22 ਨੂੰ ਦਫ਼ਤਰ ਨੰਬਰ 99 PA ADGP STF ਡੇਟਡ 8/3/22 ਰਾਹੀਂ ਡੀਜੀਪੀ ਉਦੋਂ ਦੇ ਡੀਜੀਪੀ ਭਾਵਰਾ ਨੂੰ ਲਿਖਿਆ ਗਿਆ ਇਹ ਪੱਤਰ ਲਿਆਉਣਾ ਚਾਹੁੰਦੇ ਹਾਂ, ਜਿਸ ਵਿੱਚ ਉਹਨਾਂ ਨੇ ਮਜੀਠੀਆ ਦਾ ਰਿਮਾਂਡ ਨਾ ਲੈਣ ਬਾਰੇ ਸਿੱਟ ਦੀ ਕਾਰਗੁਜ਼ਾਰੀ ਤੇ ਅਨੇਕਾਂ ਸਵਾਲ ਖੜੇ ਕਰਦਿਆਂ ਭਾਵਰਾ ਨੂੰ ਉਹਨਾਂ ਦੀ ਖੁਦ ਦੀ ਇਸ ਵਿੱਚ ਸ਼ਮੂਲੀਅਤ ਬਾਰੇ ਬਿਲਕੁਲ ਸਾਫ਼ ਤੌਰ ਤੇ ਲਿਖਿਆ ਹੈ ਕਿ ਕਿਵੇਂ ਹਰਪ੍ਰੀਤ ਸਿੰਘ ਸਿੱਧੂ ਨੂੰ ਇਸ ਕੇਸ ਦਾ ਮਦਈ ਹੋਣ ਦੇ ਬਾਵਜੂਦ ਵੀ ਜਾਂਚ ਤੋਂ ਪਾਸੇ ਰੱਖਿਆ ਗਿਆ ਤੇ ਉਹਨਾਂ ਵੱਲੋਂ ਖੁਦ ਪੇਸ਼ਕਸ਼ ਕਰਕੇ ਦਿੱਤੇ ਜਾਣ ਵਾਲੇ ਜ਼ਰੂਰੀ ਦਸਤਾਵੇਜ਼ਾਂ ਨੂੰ ਵੀ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ। ਭਾਵੇਂ ਇਸ ਪੱਤਰ ਰਾਹੀਂ ਸਿੱਟ ਦੇ ਜਾਂਚ ਦੇ ਸਾਰੇ ਪਹਿਲੂਆਂ ਬਾਰੇ ਸਿੱਧੂ ਸਾਹਿਬ ਨੇ ਸਵਾਲ ਤਾਂ ਖੜੇ ਕੀਤੇ ਹੀ ਹਨ, ਪਰ ਉਹਨਾਂ ਵੱਲੋਂ ਇਸ ਸਭ ਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਡੀਜੀਪੀ ਭਾਵਰਾ ਨੂੰ ਬਣਾਇਆ ਗਿਆ ਹੈ, ਜੋ ਕਿ ਘੋਰ ਨਿੰਦਣਯੋਗ ਤਾਂ ਹੈ ਹੀ, ਪਰ ਪੰਜਾਬ ਪੁਲਿਸ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਵੇਗਾ ਕਿ ਹੇਠਲੇ ਰੈਂਕ ਦੇ ਅਫਸਰ ਨੇ ਏਡੀ ਜੁਰਤ ਵਿਖਾਉਂਦਿਆਂ ਇਹ ਲਾਮਿਸਾਲ ਕਾਰਨਾਮਾ ਕੀਤਾ ਹੈ ਕਿ ਜੋ ਹਰਪ੍ਰੀਤ ਸਿੱਧੂ ਵਰਗਾ ਅਫਸਰ ਹੀ ਕਰ ਸਕਦਾ ਹੈ, ਕਿਉਂਕਿ ਬਹੁਤ ਦੇਰ ਤੋਂ ਇਸ ਮਹਿਕਮਿਆਂ ਤੇ ਹਿਟਲਰਾਂ ਬੁਜ਼ਦਲਾਂ ਬੇਈਮਾਨਾਂ ਤੇ ਵਪਾਰੀਆਂ ਦਾ ਕਬਜ਼ਾ ਹੈ, ਜਿਸ ਨਾਲ ਅੱਜ ਪੁਲਿਸ ਮਹਿਕਮੇ ਦੀ ਸਾਖ ਮਿੱਟੀ ਵਿੱਚ ਰੁਲ ਚੁੱਕੀ ਹੈ ਤੇ ਅਫਸਰ ਸ਼ਾਹਾਂ ਮਾਈਲਾਰਡਾਂ ਅਤੇ ਸਿਆਸੀ ਗਿਰਜਾਂ ਦੀ ਗੁਲਾਮੀ ਅਤੇ ਇਹਨਾਂ ਲੋਕਾਂ ਦੀਆਂ ਜੁੱਤੀਆਂ ਵਿੱਚ ਪਾਣੀ ਪੀਣ ਤੋਂ ਇਲਾਵਾ ਅੱਜ ਦੇ ਦਿਨ ਤੱਕ ਇਸ ਮਹਿਕਮੇ ਦੀ ਕੋਈ ਹੋਰ ਪ੍ਰਾਪਤੀ ਨਹੀਂ ਹੈ। ਹੁਣ ਗੱਲ ਹਾਈ ਕੋਰਟ ਦੀ ਕਰੀਏ ਤਾਂ ਇੱਕ ਬੈਂਚ ਵੱਲੋਂ ਪਹਿਲਾਂ ਇਸ ਕੇਸ ਦੀ ਸਾਰੀ ਸੁਣਵਾਈ ਕਰਨ ਤੋਂ ਬਾਅਦ ਅਖੀਰਲੇ ਦਿਨ ਕੇਸ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਫਿਰ ਦੂਜੇ ਬੈਂਚ ਨੇ ਕਾਫੀ ਦਿਨ ਫੈਸਲਾ ਰਾਖਵਾਂ ਰੱਖ ਕੇ ਪਤਾ ਨਹੀਂ ਕਿਹੜੇ ਪੰਡਤ ਤੋਂ ਪੁੱਛ ਕੇ ਫੈਸਲੇ ਵਾਲਾ ਦਿਨ ਚੁਣਿਆ ਤੇ ਸਾਹਮਣੇ ਪਈ ਸਬੂਤਾਂ ਦੀ ਪੰਡ ਤੋਂ ਅੱਖਾਂ ਬੰਦ ਕਰਕੇ ਮਜੀਠੀਆ ਨੂੰ ਘਰ ਦਾ ਰਸਤਾ ਵਿਖਾ ਦਿੱਤਾ, ਜਦੋਂ ਕਿ ਮਰਹੂਮ ਜਸਟਿਸ ਅਜੀਤ ਸਿੰਘ ਬੈਂਸ ਦੀ ਰਿਪੋਰਟ, ਜਿਸ ਵਿੱਚ ਡੀਜੀਪੀ ਸੁਰੇਸ਼ ਅਰੋੜੇ ਦੀ ਡਰੱਗ ਕੇਸ ਵਿੱਚ ਸ਼ਮੂਲੀਅਤ ਬਾਰੇ ਇੱਥੋਂ ਤੱਕ ਲਿਖਿਆ ਗਿਆ ਸੀ ਕਿ ਇਹ ਡੀਜੀਪੀ ਬਿਹਾਈਂਡ ਦੀ ਬਾਰ ਹੋਣਾ ਚਾਹੀਦਾ ਹੈ ਅਤੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਵੱਲੋਂ ਇਕੱਠੇ ਕੀਤੇ ਨੰਗੇ ਚਿੱਟੇ ਸਬੂਤ, ਜਿਸ ਵਿੱਚ ਮਜੀਠੀਆ ਤੇ ਬਾਦਲ ਪਰਿਵਾਰ ਦੀ ਹਜ਼ਾਰਾਂ ਕਰੋੜਾਂ ਦੀ ਨਾਮੀ ਤੇ ਬੇਨਾਮੀ ਜਾਇਦਾਦ ਅਤੇ ਉਸ ਵਿੱਚ ਸੱਤੇ ਪਿੰਦੇ ਤੇ ਔਲਖ ਨਾਲ ਡਰੱਗ ਧੰਦੇ ਵਿੱਚ ਪਾਰਟਨਰਸ਼ਿਪ ਬਾਰੇ ਢੇਰਾਂ ਸਬੂਤ ਨੱਥੀ ਕੀਤੇ ਹੋਏ ਹਨ ਅਤੇ ਕੁੰਵਰ ਵਿਜੇ ਪ੍ਰਤਾਪ ਦੇ IG ਹੁੰਦਿਆਂ ਮਜੀਠੀਆ ਦੀ ਗੈਂਗਸਟਰਾਂ ਨਾਲ ਮਿਲੀ ਭੁਗਤ ਅਤੇ ਜੱਗੂ ਭਗਵਾਨਪੁਰੀ ਵਰਗਿਆਂ ਨੂੰ ਕਿਵੇਂ ਗੈਂਗਸਟਰ ਬਣਾਇਆ ਗਿਆ ਤਾਂ ਜੋ ਡਰੱਗ ਦਾ ਧੰਦਾ ਚਲਾਇਆ ਜਾ ਸਕੇ, ਉਹ ਵੀ ਇਸ ਕੇਸ ਫਾਈਲ ਦਾ ਹਿੱਸਾ ਸੀ, ਜਿਸ ਬਾਰੇ ਕੋਈ ਟਿੱਪਣੀ ਤੱਕ ਅਦਾਲਤ ਵੱਲੋਂ ਨਹੀਂ ਕੀਤੀ ਗਈ, ਸਗੋਂ ਸਬੂਤਾਂ ਦੀ ਘਾਟ ਨੂੰ ਜ਼ਮਾਨਤ ਦੀ ਵਜ੍ਹਾ ਬਣਾ ਕੇ ਪੰਜਾਬ ਦੇ ਲੋਕਾਂ ਨਾਲ ਧਰੋਹ ਕਮਾਇਆ ਗਿਆ ਹੈ। ਤੇ ਜੇ ਕਾਨੂੰਨ ਇਹਨਾਂ ਮਾਈਲਾਰਡਾਂ ਵਾਸਤੇ ਵੀ ਬਰਾਬਰ ਹੈ ਤਾਂ ਇਸ ਬੈਂਚ ਦੇ ਖਿਲਾਫ ਫੌਜਦਾਰੀ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਪੰਜਾਬੀ ਦੀ ਜਵਾਨੀ ਦਾ ਕਾਤਲ ਅੱਜ ਹਾਈ ਕੋਰਟ ਦੀ ਮਿਹਰਬਾਨੀ ਕਰਕੇ ਖੁੱਲ੍ਹਾ ਘੁੰਮ ਕੇ ਸ਼ਰੇਆਮ ਦਹਾੜਦਾ ਫਿਰ ਰਿਹਾ ਹੈ। ਤੇ ਅਖੀਰ ਵਿੱਚ ਐਡਵੋਕੇਟ ਜਨਰਲ ਵਿਨੋਦ ਘਈ ਦੇ ਦਫ਼ਤਰ ਦੀ ਕਾਰਗੁਜ਼ਾਰੀ, ਜੋ ਕਿ ਸਰਕਾਰ ਨੂੰ ਸਿੱਧਾ ਦੋਸ਼ੀ ਬਣਾਉਂਦੀ ਹੈ ਕਿ ਉੱਪਰ ਲਿਖੇ ਸਾਰੇ ਤੱਥਾਂ ਨੂੰ ਹਾਈ ਕੋਰਟ ਦੇ ਸਾਹਮਣੇ ਕਿਉਂ ਨਹੀਂ ਪੇਸ਼ ਕੀਤਾ ਗਿਆ ਅਤੇ ਹਰਪ੍ਰੀਤ ਸਿੱਧੂ ਦੀ ਉੱਪਰ ਦੱਸੀ ਚਿੱਠੀ ਤੇ ਕੋਈ ਕਾਰਵਾਈ ਅੱਜ ਤੱਕ ਕਿਉਂ ਨਹੀਂ ਕੀਤੀ ਗਈ, ਸਗੋਂ ਉਸ ਤੋਂ ਕਿੰਨੀ ਦੇਰ ਬਾਅਦ ਤੱਕ ਡੀਜੀਪੀ ਭਾਵਰੇ ਨੂੰ ਕੁਰਸੀ ਤੇ ਬਿਠਾਈ ਰੱਖਿਆ ਗਿਆ, ਕਿਉਂਕਿ ਇਸ ਪੱਤਰ ਦੀ ਇੱਕ ਕਾਪੀ ਪੱਥਰ ਲਿਖੇ ਜਾਣ ਵੇਲੇ ਵੀ ਸਰਕਾਰ ਨੂੰ ਭੇਜ ਦਿੱਤੀ ਗਈ ਸੀ ਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਵੱਲੋਂ। ਤੋਂ ਹੁਣ ਇਸ ਗੱਲ ਖਤਮ ਕਰਨ ਤੋਂ ਪਹਿਲਾਂ ਦੋ ਚੀਜ਼ਾਂ ਨਾਲ ਇਸ ਗੱਲ ਨੂੰ ਪੂਰੀ ਕਰਾਂਗੇ ਕਿ ਇੱਕ ਤਾਂ ਜਿਹੜੀ ਹੈਗੀ ਹੈ ਇਹ ਸਿੱਧਾ ਹਾਈ ਕੋਰਟ ਦੀ ਜਿਹੜੀ ਇਹ ਕਾਰਵਾਈ ਹੈ ਇਹਨੂੰ ਅਸੀਂ ਚੈਲੰਜ ਕਰਦੇ ਹਾਂ, ਹਾਈ ਕੋਰਟ ਨੇ ਬਿਲਕੁਲ ਗਲਤ ਕੀਤਾ ਹੈ, ਗੈਰ ਸੰਵਿਧਾਨਕ ਕੀਤਾ ਹੈ। ਦੂਸਰਿਆਂ ਨੂੰ ਗੈਰ ਸੰਵਿਧਾਨਕ ਕਹਿਣਾ ਠੀਕ ਹੁੰਦਾ, ਇਹਨਾਂ ਨੂੰ ਕੋਈ ਕਹੇ ਤਾਂ ਬੜੀ ਤਕਲੀਫ ਹੁੰਦੀ ਹੈ। ਤਾਂ ਹਾਈ ਕੋਰਟ ਜਿਹੜੀ ਹੈ ਇਸ ਦੀ ਜਵਾਬਦੇਹੀ ਦੇਵੇ, ਹੋਰ ਵੀ ਉੱਚੀ ਆਵਾਜ਼ ਤੱਕ ਉਠਾ ਕੇ ਆਉਣ ਵਾਲੇ ਸਮੇਂ ਵਿੱਚ ਜਿਹੜਾ ਹੈਗਾ ਕਲਿਆਣੀ ਵਾਲੇ ਕੇਸ ਨੂੰ ਵੀ ਚੱਕਿਆ ਜਾਊਗਾ, ਹੋਰ ਵੀ ਜਿਹੜੇ ਕੇਸ ਆਉਣ ਵਾਲੇ ਦਿਨਾਂ ਵਿੱਚ ਆਉਣਗੇ ਉਹਨਾਂ ਤੇ ਜੇ ਧਿਆਨ ਨਹੀਂ ਕਰਨਗੇ ਤੇ ਇਹ ਆਵਾਜ਼ਾਂ ਵੱਡੀਆਂ ਹੁੰਦੀਆਂ ਜਾਣਗੀਆਂ। ਇਹ ਗੱਲ ਤਾਂ ਜੁਡੀਸ਼ਰੀ ਨਾਲ ਹੈ। ਤੇ ਦੂਸਰੀ ਗੱਲ ਹੈ ਪੁਲਿਸ ਮਹਿਕਮੇ ਤੱਕ ਡੀਜੀਪੀ ਅਫਸਰ ਜਿਹੜੇ ਹੁਣ ਗੌਰਵ ਯਾਦਵ ਡੀਜੀਪੀ ਨੇ, ਉਹਨਾਂ ਨੂੰ ਵੀ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਕਿ ਇਹ ਲੈਟਰ ਜਿਹੜੀ ਹੈਗੀ ਹੈ ਉਹਨਾਂ ਦੇ ਆਫਿਸ ਵਿੱਚ ਵੀ ਪਈ ਹੈ ਤੇ ਉਹਨਾਂ ਨੇ ਹੁਣ ਤੱਕ ਇਹਦੇ ਤੇ ਕੀ ਕਾਰਵਾਈ ਕੀਤੀ ਹੈ। ਤੇ ਇਸੇ ਲੈਟਰ ਦੀ ਜਿਹੜੀ ਕਾਪੀ ਹੈਗੀ ਹੈ ਸਰਕਾਰ ਨੂੰ ਗਈ ਹੋਈ ਹੈ, ਉਹ
ਸੌਰੀ ਉਦੋਂ ਦੇ ਜਿਹੜੇ ACS ਨੂੰ ਉਹ ਇਹਦਾ ਮਤਲਬ ਸਰਕਾਰ ਦੀ ਨੌਲੇਜ ਵਿੱਚ ਹੈ। ਅੱਜ ਸਰਕਾਰ ਜਿਹੜੀ ਹੈਗੀ ਇਹਦੇ ਤੇ ਕੀ ਕਾਰਵਾਈ ਕਰਨੀ ਹੈ, ਇਹਦੇ ਵਿੱਚ ਚਾਹੀਦਾ ਇਹ ਹੈ ਕਿ ਜਿਹੜਾ DGP ਪਾਵਰ ਹੈ ਉਹਨੂੰ ਬਿਲਕੁਲ ਇਸ ਚਿੱਠੀ ਦੇ ਬਿਹਾਫ ਤੇ ਕੇਸ ਰਜਿਸਟਰ ਕਰਕੇ ਮੁਲਜ਼ਮ ਬਣਾਇਆ ਜਾਣਾ ਚਾਹੀਦਾ ਹੈ ਔਰ ਉਹਦਾ ਰਿਮਾਂਡ ਲੈ ਕੇ ਪੁੱਛਿਆ ਜਾਣਾ ਚਾਹੀਦਾ ਕਿ ਇਹਨਾਂ ਨੇ ਇਹ ਕੀਤਾ ਕੀ ਹੈ। ਜਿਹੜਾ ਐਡਾ ਵੱਡਾ ਪੰਜਾਬ ਦੀ ਜਵਾਨੀ ਦਾ ਕਾਤਲ ਜਿਹੜਾ ਸੀਗਾ, ਇੱਕ ਮੁਲਜ਼ਮ ਸੀਗਾ, ਉਹਨੂੰ ਜ਼ਮਾਨਤ ਦੇਣ ਵਾਸਤੇ ਕਿੱਥੋਂ ਪੱਬਾ ਭਰ ਤੁਸੀਂ ਹੋਏ ਹੋ। ਤੁਸੀਂ ਇਹ ਦੋ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ 'ਚ ਪੁਲਿਸ ਡਿਪਾਰਟਮੈਂਟ ਤੋਂ ਵੀ ਪੁੱਛੀਆਂ ਜਾਣਗੀਆਂ, ਸਰਕਾਰ ਵੀ ਜਵਾਬਦੇਹ ਹੈਗੀ ਹੈ ਤੇ ਹਾਈ ਕੋਰਟ ਜਿਹੜੀ ਹੈ ਮਿਹਰਬਾਨੀ ਕਰੇ ਆਪਣੀ ਪੀੜੀ ਥੱਲੇ ਸੋਟਾ ਮਾਰੇ। ਆਉਣ ਵਾਲੇ ਸਮੇਂ ਵਿੱਚ ਇਹੋ ਜਿਹੀਆਂ ਧੱਕੇਸ਼ਾਹੀਆਂ ਬਰਦਾਸ਼ਤ ਕਰਨ ਵਾਸਤੇ ਹੁਣ ਹੋਰ ਲੋਕ ਜਿਹੜੇ ਹੈਗੇ ਜਿਹੜਾ ਸਮਾਂ ਜਿਹੜਾ ਹੈਗਾ ਆਪਣਾ ਖਰਾਬ ਨਹੀਂ ਕਰਨਗੇ ਤੇ ਸਾਡੇ ਨਾਲ ਸਰਦਾਰ ਰਾਜਵੀਰ ਸਿੰਘ ਬੈਂਸ ਵਰਗੇ ਲੋਕਾਂ ਦਾ ਜੇ ਆਸ਼ੀਰਵਾਦ ਹੈ ਤੇ ਅਸੀਂ ਬਿਲਕੁਲ ਇਸ ਸਾਰੇ ਕਲੇਮ ਨੂੰ ਮੈਂ ਇਕੱਲੇ ਆਪਣੇ ਤੌਰ ਤੇ ਲੈਣਾ। ਮੈਂ ਇਹਨਾਂ ਨੂੰ ਇਹ ਨਹੀਂ ਕਹਿੰਦਾ ਕਿ ਮਤਲਬ ਬੈਂਸ ਸਾਹਿਬ ਨੇ ਬੇਸ਼ੱਕ ਬਹੁਤ ਤਫਸੀਲ ਵਿੱਚ ਗੱਲ ਕੀਤੀ ਹੈ, ਪਰ ਜੇ ਕੋਈ ਕਾਰਵਾਈ ਕਰਨੀ ਬਣਦੀ ਹੈ, ਜੇ ਕੋਈ ਕੰਟੈਂਪਟ ਆਫ ਕੋਰਟ ਹੈ ਤਾਂ ਉਹਦੇ ਵਾਸਤੇ ਮੈਂ ਆਪਣੇ ਆਪ ਨੂੰ ਪੇਸ਼ ਕਰਦਾ। ਆਉਣ ਵਾਲੇ ਸਮੇਂ ਜਿਸ ਤਰ੍ਹਾਂ ਦਾ ਵੀ ਕੋਈ ਇਹਨਾਂ ਨੇ ਕਾਰਵਾਈ ਕਰਨੀ ਹੈ, ਬੁਲਾਉਣਾ ਹੈ ਤਾਂ ਬੁਲਾਉਣ, ਨਹੀਂ ਤਾਂ ਜਿਸ ਦਿਨ ਆਸ਼ੂ ਦੀ ਜ਼ਮਾਨਤ ਲੱਗੂਗੀ ਉਹਦੇ ਵਿੱਚ ਮੈਂ ਵਿਟਨੈਸ ਦੇ ਤੌਰ ਤੇ ਪੇਸ਼ ਹੋ ਸਕਦਾ। ਮੈਂ ਜਿਹੜਾ ਵੀ ਮਾਈਲਾਡ ਹੋਊਗਾ ਉਹਦੀਆਂ ਅੱਖਾਂ 'ਚ ਅੱਖਾਂ ਪਾ ਕੇ ਬਹੁਤ ਸਵਾਲ ਕਰੂੰਗਾ। ਇਸ ਗੱਲ ਨੂੰ ਯਾਦ ਰੱਖਣ। ਬਹੁਤ ਬਹੁਤ ਧੰਨਵਾਦ।